ਅੱਜ ਦੀ ਵੀਡੀਓ ਹੈ ਜੀ ਸਾਡੇ ਬਹੁਤ ਹੀ ਪਿਆਰੇ ਦੋਸਤ ਔਰ ਵੀਵਰ ਨੇ YouTube ਦੇ। ਉਹਨਾਂ ਨੇ ਸਵਾਲ ਛੱਡਿਆ ਸੀ ਇੱਕ ਵੀਡੀਓ ਦੇ ਵਿੱਚ, ਪਿਛਲੀ ਵੀਡੀਓ ਦੇ ਵਿੱਚ, ਕਿ ਜਨਾਬ ਆਂਡੇ ਮੁਰਗੀ ਦੇ ਥੱਲੇ ਰੱਖੇ ਹੋਏ ਖਰਾਬ ਕਿਉਂ ਹੁੰਦੇ ਆ ਜਾਂ ਆਂਡਿਆਂ ਦੇ ਵਿੱਚ ਬੱਚੇ ਕਿਉਂ ਮਰ ਜਾਂਦੇ ਨੇ। ਔਰ ਉਹਦੇ ਇਸ ਸਵਾਲ ਦਾ ਜਵਾਬ ਇਨਸ਼ਾਅੱਲਾ ਆਪਣੀ ਸੋਚ ਸਮਝ ਦੇ ਮੁਤਾਬਕ ਭਰਪੂਰ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿ तमाम ਦੋਸਤਾਂ ਲਈ ਉਹਦੇ 'ਚ ਕੋਈ ਰਹਿਨਮਾਈ ਹੋ ਜਾਏ। ਤੇ ਜਨਾਬ ਸਭ ਤੋਂ ਪਹਿਲੇ ਚੀਜ਼ ਜਿਹੜੀ ਆ ਜਾਂਦੀ ਹੈ ਇਹਦੇ 'ਚ ਆਂਡੇ ਸੇਫ ਕਰਨ ਦੀ। ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਕਿ ਮੈਂ ਜਦੋਂ ਦਾ ਸ਼ੌਕ ਕਰ ਰਿਹਾ ਵਾਂ ਮੈਂ ਆਂਡੇ ਇਸ ਤਰ੍ਹਾਂ ਇੱਕ ਬਰਤਨ ਦੇ ਵਿੱਚ ਨਮਕ ਦੇ ਵਿੱਚ ਸਿੱਧਾ ਰੱਖਦਾ, ਚੌੜੀ ਸਾਈਡ ਥੱਲੇ ਆ, ਚੁੰਝ ਵਾਲੀ ਸਾਈਡ ਉੱਪਰ ਆ, ਸਿੱਧਾ ਰੱਖ ਕੇ ਆਂਡਾ ਨਮਕ ਦੇ ਵਿੱਚ ਪੂਰੀ ਤਰ੍ਹਾਂ ਛੁਪਾ ਦਿੰਦਾ। ਗਰਮੀ ਹੈ ਸਰਦੀ ਹੈ ਆਂਡਾ ਖਰਾਬ ਨਹੀਂ ਹੁੰਦਾ। ਅਗਰ ਤੁਸੀਂ ਇਹ ਤਰੀਕਾ ਨਹੀਂ ਕਰਦੇ, ਤੁਸੀਂ ਫ੍ਰਿਜ 'ਚ ਰੱਖਣਾ ਵਾ ਤੇ ਉਹਦਾ ਦੂਸਰੀ ਚੀਜ਼ ਇਹ ਹੈਗੀ ਕਿ ਫ੍ਰਿਜ 'ਚ ਅਗਰ ਰੱਖਣਾ ਵਾ ਆਂਡਾ ਤੇ ਉਹ ਵੀ ਇਸੇ ਤਰ੍ਹਾਂ ਟਰੇ ਦੇ ਵਿੱਚ ਰੱਖਣਾ ਵਾ। ਔਰ ਜਨਾਬ ਤੁਸੀਂ ਉਸ ਨੂੰ ਦਰਵਾਜ਼ੇ ਵਿੱਚ ਕਦੀ ਵੀ ਨਹੀਂ ਰੱਖਣਾ ਆਂਡਾ, ਕਿਉਂਕਿ ਦਰਵਾਜ਼ਾ ਰੂਟੀਨ ਦਾ ਘਰ ਦੇ ਵਿੱਚ ਕੋਈ 15-20 ਜਾਂ ਇਸ ਤੋਂ ਜ਼ਿਆਦਾ ਦਫਾ ਖੁੱਲ੍ਹਦਾ ਬੰਦ ਹੁੰਦਾ ਵਾ। ਬਾਜ਼ ਦਫਾ ਬੱਚੇ ਦਰਵਾਜ਼ਾ ਬੰਦ ਕਰਦੇ ਔਰ ਫੌਰਨ ਖੋਲ੍ਹਦੇ, ਰਬੜ ਸੱਕ ਹੋ ਜਾਂਦੀ ਹੈ, ਦਰਵਾਜ਼ਾ ਪ੍ਰੈਸ਼ਰ ਨਾਲ ਖੁੱਲ੍ਹਦਾ, ਆਂਡੇ ਨੂੰ ਹਲਾਰਾ ਲੱਗਦਾ। ਇਸ ਤਰ੍ਹਾਂ ਉਹ ਬਾਰ-ਬਾਰ ਹਲਾਰਾ ਜਿਹੜਾ ਵਾ ਆਂਡੇ ਦੀ ਗੁਲੀ ਦੀ ਜਿਹੜੀ ਪੋਜੀਸ਼ਨ ਆ ਉਹ ਖ਼ਰਾਬ ਕਰ ਦਿੰਦਾ ਵਾ। ਉਹਦੇ ਨਾਲ ਵੀ ਆਂਡੇ 'ਚ ਬੱਚਾ ਪੈਦਾ ਨਹੀਂ ਹੁੰਦਾ। अस्सलामु अलैकुम वरहमतुल्लाहि वबरकातुहू। उम्मीद है सब दोस्त बुजुर्ग भाई खैरियत नाल होणगे और अल्लाह पाक दे हजूर दुआ है कि मालक सब नूं अपने हिफ्ज़ो अमान च रखे। ਅੱਜ ਮਾਸ਼ਾਅੱਲਾ ਸਾਡੇ ਸ਼ਹਿਜ਼ਾਦੇ ਵੀ ਸਾਰੇ ਸਾਹਿਬਜ਼ਾਦੀ ਸਾਰੇ ਹੀ ਕਹਿੰਦੇ ਜੀ ਅਸੀਂ ਵੀ ਵੀਡੀਓ ਬਣਾਉਣੀ ਹੈ। ਮੈਂ ਕਿਹਾ ਜੀ ਬਿਸਮਿਲ੍ਲਾ ਆ ਜਾਓ ਤੁਸੀਂ ਵੀ ਨਾਲ ਹੀ। ਅੱਛਾ ਦੋਸਤੋ ਦੂਸਰੀ ਚੀਜ਼ ਆ ਜਾਂਦੀ ਹੈ ਜੀ ਆਂਡਾ ਖਰਾਬ ਹੋਣ ਦਾ। ਅਸੀਂ ਸਭ ਤੋਂ ਪਹਿਲੇ ਆਂਡੇ ਖਰਾਬ ਹੋਣ ਦੇ ਉੱਤੇ ਗੱਲ ਕਰਾਂਗੇ, ਬੱਚਾ ਕਿਉਂ ਮਰਦਾ ਵਾ ਉਹ ਦੂਸਰਾ ਸਾਡਾ ਮੌਜੂ ਰਹੇਗਾ। ਆਂਡਾ ਖਰਾਬ ਜਿਹੜਾ ਹੋਣਾ ਵਾ ਉਹਦੇ 'ਚ ਬੁਨਿਆਦੀ ਜਿਹੜੀ ਚੀਜ਼ ਆ ਜਾਂਦੀਆਂ ਨੇ ਦੋ ਵਜੂਹਾਤ ਜ਼ਿਆਦਾਤਰ ਅਕਸਰ ਆਉਂਦੀਆਂ ਨੇ, ਦੋ ਬਲਕਿ ਤਿੰਨ। ਇੱਕ ਆਂਡਾ ਪਹਿਲੇ ਤੋਂ ਲੈ ਕੇ 12 ਜਾਂ 15 ਆਂਡਿਆਂ ਤੱਕ ਅਸੀਂ ਆਂਡੇ ਪ੍ਰੋਪਰ ਮਹਿਫੂਜ਼ ਨਹੀਂ ਕਰਦੇ, ਪ੍ਰੋਪਰ ਤਰੀਕੇ ਨਾਲ ਮਹਿਫੂਜ਼ ਨਹੀਂ ਕਰਦੇ, ਉਹ ਵੀ ਆਂਡਾ ਖਰਾਬ ਹੋਣ ਦਾ ਬਾਇਸ ਬਣਦੇ ਨੇ। ਦੂਸਰੀ ਚੀਜ਼ ਆ ਜਾਂਦੀ ਹੈ ਜੀ ਮੁਰਗੇ ਦਾ ਵੀ ਇਹਦੇ 'ਚ ਆ ਜਾਂਦਾ ਵਾ, ਕਿਉਂਕਿ ਮੁਰਗੀ ਨੇ ਆਂਡਾ ਦੇਣਾ ਵਾ, ਮੁਰਗੇ ਨੇ ਆਂਡੇ ਦੇ ਵਿੱਚ ਬੁੱਤ ਬਣਾਉਣਾ ਵਾ। ਬਾਜ਼ ਮੁਰਗੇ ਵੀ ਬੁੱਤ ਨਹੀਂ ਬਣਾਉਂਦੇ ਜਾਂ ਉਹਨਾਂ ਦੇ ਜਰਾਸੀਮ ਕਮਜ਼ੋਰ ਹੁੰਦੇ ਨੇ। ਉਹਦਾ ਇੱਕ ਅਲੱਗ ਟੌਪਿਕ ਹੈ ਖੁਰਾਕੀ, ਉਹ ਇਨਸ਼ਾਅੱਲਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਲੇਕਿਨ ਫਿਲਹਾਲ ਅਸੀਂ ਮੋٹے ਮੌਜੂ ਦੇ ਉੱਤੇ ਗੱਲ ਕਰਾਂਗੇ। ਔਰ ਉਸ ਤੋਂ ਬਾਅਦ ਜਨਾਬ ਵਾਲਾ ਅਗਲਾ ਜਿਹੜੀ ਚੀਜ਼ ਆ ਜਾਂਦੀ ਹੈ ਉਹ ਸਾਡੀ ਆ ਜਾਂਦੀ ਹੈ ਮੁਰਗੀ। ਮੁਰਗੀ ਵੀ ਬਾਜ਼ ਦਫਾ ਆਂਡੇ ਜਿਹੜੀ ਹੈ ਹੀਟ ਪੂਰਾ ਨਹੀਂ ਦਿੰਦੀ। ਸਹੀ ਹੈ ਜੀ। ਪਹਿਲੀ ਚੀਜ਼ ਹੈ ਜੀ ਆਂਡੇ ਮਹਿਫੂਜ਼ ਕਰਨਾ ਫਰਿੱਜ ਦੇ ਵਿੱਚ ਜਾਂ ਖਾਲੀ ਜਗ੍ਹਾ ਤੇ, ਉਹਦੀ ਵਜ੍ਹਾ ਤੋਂ ਵੀ ਹੋ ਜਾਂਦਾ। ਦੂਸਰੀ ਚੀਜ਼ ਹੈਗੀ ਹੈ ਜੀ ਮੁਰਗੇ ਦਾ ਵੀ ਕਸੂਰ ਆ ਜਾਂਦਾ। ਤੀਸਰੀ ਚੀਜ਼ ਜਿਹੜੀ ਹੈ ਮੁਰਗੀ ਵੀ ਬਾਜ਼ ਦਫਾ ਫਾਲਟ ਕਰ ਜਾਂਦੀ ਹੈ। ਔਰ ਇਹਦੇ ਵਿੱਚ ਅਗਲੀ ਚੀਜ਼ ਜਿਹੜੀ ਹੈ ਜੀ ਬੁੱਤ ਬਣ ਗਿਆ ਲੇਕਿਨ ਬੱਚੇ ਮਰ ਗਏ। ਔਰ ਉਹਦੇ ਵਿੱਚ ਬਾਜ਼ ਦਫਾ ਅਸੀਂ ਬਹੁਤ ਸਖਤ ਗਰਮ ਮੌਸਮ ਦੇ ਵਿੱਚ ਬੱਚੇ ਬਿਠਾ ਦਿੰਦੇ ਹਾਂ ਮੁਰਗੀ ਨੂੰ, ਬਹੁਤ ਓਵਰ ਹੀਟ ਮਿਲ ਜਾਂਦੀ ਹੈ। ਉਹਦੇ ਵਿੱਚ ਇਹ ਹੋ ਜਾਂਦਾ ਵਾ ਕਿ ਜਿਸਲੇ ਦੁਪਹਿਰ ਦਾ ਟਾਈਮ ਆਉਂਦਾ ਵਾ ਆਂਡਿਆਂ 'ਤੇ ਹਲਕੀ ਨਮੀ ਦੀ ਫੁਹਾਰ ਕਰੀਦੀ ਹੈ ਔਰ ਉਹਦੇ ਨਾਲ ਜਿਹੜਾ ਵਾ ਓਵਰ ਹੀਟ ਤੋਂ ਆਂਡੇ ਮਹਿਫੂਜ਼ ਰਹਿੰਦੇ ਆ। ਪਾਣੀ ਠੰਡਾ ਨਹੀਂ, ਤਾਜ਼ਾ ਪਾਣੀ ਦੀ ਫੁਹਾਰ ਮਾਰ ਲਈਦੀ ਹੈ। ਔਰ ਇਹ ਚੀਜ਼ ਦੇ ਵਿੱਚ ਮੈਂ ਵੀ ਆਂਡਿਆਂ ਤੋਂ ਬੱਚੇ ਕਢਾਏ ਹੋਏ ਆ। 100% ਖਰਾਬ ਹੋਣੇ ਸੀਗੇ ਲੇਕਿਨ ਥੋੜੀ ਮਿਹਨਤ ਕੀਤੀ, ਰਿਜ਼ਲਟ ਮਿਲਿਆ ਔਰ ਉਹਦੇ ਮਾਸ਼ਾਅੱਲਾ ਇਹ ਬੱਚੇ ਮੇਰੇ ਕੋਲ ਤੁਰੇ ਫਿਰਦੇ ਨੇ। ਇਹ ਕਿੱਧਰ ਗਏ ਉਹ ਦੇਖੋ ਪਿੱਛੇ। ਸਹੀ ਹੈ। ਆ ਇੱਕ ਉਰਲੇ ਪਾਸੇ ਖੜਾ ਵਾ, ਇੱਕ ਪਰਲੇ ਪਾਸੇ ਖੜਾ ਹੈ, ਜਾ ਰਿਹਾ। 5 ਬੱਚੇ ਆ ਮੇਰੇ ਕੋਲ। ਸਹੀ ਹੈ। ਔਰ ਉਸ ਤੋਂ ਇਲਾਵਾ ਆ ਜਿਹੜੀ ਕਾਲੀ ਬਤਕ ਆ ਇਹ ਵੀ ਮੇਰੀ ਗਰਮੀਆਂ ਦੀ ਹੀ ਆਂਡਿਆਂ 'ਤੇ ਭਾਈ ਸੀ ਮੁਰਗੀ ਬਤਕ ਨੂੰ। ਉਹਦੇ ਨਾਲ ਕੁਛ ਬਤਕ ਦੇ ਆਂਡੇ ਰੱਖੇ ਸੀਗੇ, ਕੁਛ ਮੁਰਗੀ ਦੇ ਰੱਖੇ ਸੀਗੇ। ਮੁਰਗੀ ਦਾ ਚੂਚਾ 2 ਰੈਸਕਿਊ ਕੀਤੇ, ਇੱਕ ਤੇ ਨਹੀਂ ਬਚ ਸਕਿਆ, ਇੱਕ ਥੋੜੀ ਦੇਰ ਬਾਅਦ ਉਹ ਵੀ ਮਰ ਗਿਆ ਕਿਉਂਕਿ ਆਂਡੇ ਦੋਨੇ ਰੈਸਕਿਊ ਕਰਨੇ ਪਏ ਸੀਗੇ ਮੈਨੂੰ। ਉਸ ਤੋਂ ਬਾਅਦ ਜੀ ਜਿਹੜਾ ਬੱਚੇ ਤਿਆਰ ਹੁੰਦੇ ਆ ਮਰ ਜਾਂਦੇ ਆ। ਇਹਦੇ ਵਿੱਚ ਜ਼ਿਆਦਾਤਰ ਜਿਹੜਾ ਵਾ ਮੌਸਮ ਦਾ ਹੀ ਕਿਰਦਾਰ ਹੁੰਦਾ ਵਾ। ਮੁਰਗੀ ਦਾ ਜਿਸਾਮਤ ਜਿਸ ਤਰ੍ਹਾਂ ਛੋਟੀ ਹੋਵੇ ਤੇ ਅਸੀਂ ਉਹਦੇ ਥੱਲੇ 8 ਆਂਡਿਆਂ ਦੀ ਜਗ੍ਹਾ 12-15 ਆਂਡੇ ਜਾਂ 16 ਆਂਡੇ ਪਾ ਦਈਏ, ਆਂਡੇ ਪੂਰੇ ਕਵਰ ਨਹੀਂ ਹੁੰਦੇ। ਮੌਸਮ ਦੀ ਸ਼ਿੱਦਤ ਤੇਜ਼ ਹੁੰਦੀ ਹੈ, ਗਰਮੀ ਜਾਂ ਸਰਦੀ, ਉਹ ਵੀ ਆਂਡੇ ਖਰਾਬ ਹੋਣ ਦਾ ਬਾਇਸ ਬਣਦੀ ਹੈ। ਉਸ ਤੋਂ ਬਾਅਦ ਜੀ ਅਗਲੀ ਚੀਜ਼ ਜਿਹੜੀ ਆ ਜਾਂਦੀ ਹੈ ਉਹ ਆ ਜਾਂਦੀ ਹੈ
ਜਨਾਬ ਬੱਚੇ ਜਿਹੜੇ ਮਰ ਜਾਂਦੇ ਆ ਵਿੱਚ, ਉਹਦੀ ਕੀ ਵਜ੍ਹਾ ਹੈਗੀ? ਉਹਦੇ ਉੱਤੇ ਹੀ ਜਨਾਬ ਮੁਰਗੀ ਜਿਹੜੀ ਹੈ ਬਾਜ਼ ਦਫਾ ਮੌਸਮ ਵੀ ਬਿਲਕੁਲ ਬਹਾਰ ਦਾ ਹੁੰਦਾ ਵਾ, ਨਾ ਗਰਮ ਨਾ ਸਰਦ, ਉਸ ਦੇ ਬਾਵਜੂਦ ਵੀ ਬੱਚੇ ਮਰਦੇ ਆ। ਉਹਦੇ 'ਚ ਕਿਰਦਾਰ ਆ ਜਾਂਦਾ ਮੁਰਗੀ ਦਾ। ਬਾਜ਼ ਮੁਰਗੀਆਂ ਜਿਹੜੀਆਂ ਨੇ ਹੀਟ ਪੂਰੀ ਨਹੀਂ ਕਰਦੀਆਂ, ਮਤਲਬ ਥੋੜ੍ਹੀ ਜਿਹੀ ਹੀਟ ਜਿਸਮ ਨੂੰ ਮਹਿਸੂਸ ਹੋਈ, ਆਪਣੇ ਆਪ ਨੂੰ ਹੀ ਉੱਠ ਕੇ ਖੜੀ ਹੋ ਗਈ ਜਾਂ ਛੱਡ ਕੇ ਆਂਡੇ ਬਾਹਰ ਆ ਗਈਆਂ। ਅਗਰ ਤੁਸੀਂ ਜ਼ਬਰਦਸਤੀ ਮਤਲਬ ਉਹਨੂੰ ਉੱਤੋਂ ਕਵਰ ਕਰ ਦਿੱਤਾ, ਬੰਦ ਕਰ ਦਿੱਤਾ, ਹਰ ਲਿਹਾਜ਼ ਨਾਲ ਕਵਰ ਕਰ ਲਿਆ ਵਾ, ਮੁਰਗੀ ਨਾ ਉੱਠ ਸਕੇ, ਲੇਕਿਨ ਉਸ ਦੇ ਬਾਵਜੂਦ ਵੀ ਉਹ ਆਂਡਿਆਂ ਤੋਂ ਹਿੱਲ ਜਾਂਦੀ ਹੈ, ਜਾਂ ਉਹ ਅੰਦਰ ਖੜੀ ਹੋ ਜਾਏਗੀ ਉੱਠ ਕੇ, ਜਾਂ ਬਾਰ-ਬਾਰ ਆਂਡਿਆਂ ਨੂੰ ਹਿਲਾਈ ਜਾਏਗੀ, ਔਰ ਉਹਦੇ ਨਾਲ ਵੀ ਜਿਹੜੇ ਆਂਡੇ ਬੁੱਤ ਬਣਨਾ ਸ਼ੁਰੂ ਹੁੰਦਾ ਵਾ, ਲੇਕਿਨ ਟੈਂਪਰੇਚਰ ਮੇਨਟੇਨ ਨਾ ਰਹਿਣ ਦੀ ਵਜ੍ਹਾ ਤੋਂ ਆਂਡੇ ਖਰਾਬ ਹੋ ਜਾਂਦੇ ਨੇ। ਔਰ ਆਖਰੀ ਜਿਹੜਾ ਸਟੈਪ ਆ ਜੀ, ਉਹ ਹੈਗਾ ਕਿ ਬੱਚਾ ਪੂਰਾ ਤਿਆਰ ਹੋਇਆ ਲੇਕਿਨ ਬੱਚਾ ਮਰ ਗਿਆ। ਦੋਸਤੋ ਬਾਜ਼ ਦਫਾ ਜਿਹੜਾ ਵਾ ਆਂਡੇ ਦਾ ਛਿਲਕਾ ਜਿਹੜਾ ਵਾ ਮੁਰਗੀਆਂ ਦੇ ਸਖਤ ਹੁੰਦੇ ਨੇ, ਕੈਲਸ਼ੀਅਮ ਦੀ ਪੂਰੀ ਮਿਕਦਾਰ ਹੁੰਦੀ ਹੈ, ਜਿਸ ਤਰ੍ਹਾਂ ਕਿ ਪਹਿਲੇ ਜਾਂ ਦੂਸਰੇ ਮਰਹਲੇ ਦੇ ਝੂੜੀ ਦੇ ਅਕਸਰ ਮੁਰਗੀਆਂ ਦੇ ਨਾਲ ਇਹ ਵਾਕਿਆਤ ਹੋ ਜਾਂਦੇ ਨੇ। ਇਸੇ ਗੱਲੋਂ ਜਿਹੜਾ ਵੱਡੇ ਸ਼ਿਕਾਰੀ ਜਾਂ ਬਹੁਤ ਸੀਨੀਅਰ ਸਤਹ 'ਤੇ ਹੈ, ਜਿਸ ਤਰ੍ਹਾਂ ਕਿ ਮੇਰੀ ਵੀ ਇੱਕ ਮੁਰਗੀ ਪਿਛਲੇ ਦਿਨਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਕਿ ਉਹ ਕੁੜਕ ਹੋਈ ਸੀਗੀ, ਉਹਦੇ ਆਂਡੇ ਅਸੀਂ ਖਾ ਲਏ। ਉਹਦੀ ਵਜ੍ਹਾ ਇਹ ਸੀਗੀ ਕਿ ਉਹ ਪਹਿਲੀ ਵਾਰੀ ਉਹਨੇ ਝੋਲੀ ਲਾਈ ਸੀਗੀ। ਪਹਿਲੀ ਵਾਰੀ ਅਕਸਰ ਜਿਹੜੀਆਂ ਝੋਲੀਆਂ ਦੇ ਆਂਡੇ ਦਾ ਛਿਲਕਾ ਵਾ, ਉਹ ਕੈਲਸ਼ੀਅਮ ਦੀ ਮਿਕਦਾਰ ਬਹੁਤ ਜ਼ਿਆਦਾ ਹੁੰਦੀ ਹੈ ਮੁਰਗੀ ਦੇ ਵਿੱਚ, ਔਰ ਆਂਡੇ ਦਾ ਛਿਲਕਾ ਜਿਹੜਾ ਵਾ ਬਹੁਤ ਸਖਤ ਹੁੰਦਾ ਵਾ, ਜਿਹੜਾ ਕਿ ਬੱਚਾ ਤੋੜ ਕੇ ਬਾਹਰ ਨਹੀਂ ਨਿਕਲਦਾ। ਅਗਰ ਤਾਂ ਤੁਸੀਂ ਪ੍ਰੋਪਰ ਪੂਰਾ ਟਾਈਮ ਆਪਣੇ ਪਰਿੰਦਿਆਂ ਨੂੰ, ਜਾਨਵਰਾਂ ਨੂੰ ਦੇ ਸਕਦੇ ਜੇ, ਤੇ ਫਿਰ ਦੋਸਤੋ ਤੁਸੀਂ ਪਹਿਲੀ ਝੋਲੀ ਦੇ ਵੀ ਬੱਚੇ ਲੈ ਸਕਦੇ ਜੇ, ਕਿਉਂਕਿ ਤੁਹਾਨੂੰ ਉਹ ਜ਼ਿਆਦਾਤਰ ਰੈਸਕਿਊ ਕਰਨੇ ਪੈਣੇ ਆ। ਪਹਿਲੇ ਦਿਨ ਤੋਂ ਲੈ ਕੇ ਆਪਣੇ ਉਹਨਾਂ ਆਂਡਿਆਂ ਦੇ ਆਖਰੀ ਟਾਈਮ ਜਿਸ ਲਈ ਪੂਰਾ ਹੋ ਰਿਹਾ ਵਾ, ਅਗਰ ਬੱਚੇ ਨਹੀਂ ਨਿਕਲ ਰਹੇ, ਉਹਨਾਂ ਨੂੰ ਫੌਰਨ ਚੈੱਕ ਕਰੋ। ਚੈੱਕ ਕਰਕੇ ਬਾਰ-ਬਾਰ ਜਿਹੜਾ ਵਾ ਉਹਨਾਂ 'ਤੇ ਨਿਗਾਹ ਰੱਖਣੀ ਪੈਂਦੀ, ਔਰ ਆਂਡਿਆਂ 'ਚੋਂ ਬੱਚੇ ਰੈਸਕਿਊ ਖੁਦ ਕਰਨੇ ਪੈਂਦੇ ਆ ਜ਼ਿਆਦਾਤਰ। ਅਗਰ ਤੁਸੀਂ ਟਾਈਮ ਸਿਰ ਰੈਸਕਿਊ ਨਹੀਂ ਕਰਦੇ ਤੇ ਬੱਚੇ ਵਿੱਚ ਹੀ ਮਰ ਜਾਂਦੇ ਨੇ। ਇਹ ਵੀ ਇੱਕ ਬੁਨਿਆਦੀ ਵਜ੍ਹਾ ਬਣ ਜਾਂਦੀ ਹੈ। ਇਸ ਵਾਸਤੇ ਦੋਸਤੋ ਮੁਖਤਲਿਫ ਜਿਹੜੀਆਂ ਛੋਟੇ-ਛੋਟੇ ਪੁਆਇੰਟ ਹੁੰਦੇ ਨੇ, ਔਰ ਇਹਨਾਂ ਦੇ ਨਾਲ ਹੀ ਅਸੀਂ ਆਪਣੇ ਬੱਚੇ ਜਿਹੜੇ ਆ ਆਂਡਿਆਂ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਮਿਕਦਾਰ ਵਿੱਚ ਲੈ ਸਕਦੇ ਹਾਂ। ਉਮੀਦ ਹੈ ਕਿ ਦੋਸਤੋ ਨੂੰ ਅੱਜ ਦੀ ਵੀਡੀਓ ਪਸੰਦ ਆਏਗੀ। ਵੀਡੀਓ ਪਸੰਦ ਆਈ तो चैनल को सब्सक्राइब बेल आइकन कर देना, बेल आइकन दबा देना। जानते हैं लाइक और कमेंट ज़रूर कर देना। अल्लाह हाफ़िज़।